ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ, ਵਿਸ਼ਰਾਮ, ਪ੍ਰਮਾਣਾ ਸਹਿਤ ਸਰਵਣ ਕਰ ਰਹੇ ਹਾਂ। ਹੁਣ ਤੱਕ ਅਸੀਂ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 33 ਪੌੜੀਆਂ ਦੇ ਅਰਥ, ਪ੍ਰਮਾਣਾ ਸਹਿਤ, ਉਚਾਰਨ ਸਹਿਤ, ਵਿਸ਼ਰਾਮਾਂ ਸਹਿਤ ਸੁਣੇ ਹਨ। ਹੁਣ ਇਸ ਤੋਂ ਅੱਗੇ 34ਵੀਂ ਪੌੜੀ ਤੋਂ ਲੈ ਕੇ 37ਵੀਂ ਪੌੜੀ ਤੱਕ 5 ਖੰਡਾਂ ਦਾ ਵਿਖਿਆਨ ਆਉਣਾ ਹੈ। ਸੋ ਉਸ ਤੋਂ ਪਹਿਲਾਂ ਆਪਾਂ ਇਹਨਾਂ 5 ਖੰਡਾਂ ਦਾ ਵੇਰਵਾ ਤੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸ੍ਰੀ ਜਪਜੀ ਸਾਹਿਬ ਜੀ ਦੇ ਇਸ ਹਿੱਸੇ ਵਿੱਚ 5 ਖੰਡਾਂ ਦੀ ਜਾਣਕਾਰੀ ਦਿੱਤੀ ਗਈ ਹੈ। 34ਵੀਂ ਪੌੜੀ ਤੋਂ ਲੈ ਕੇ 37ਵੀਂ ਪੌੜੀ ਤੱਕ ਸ੍ਰੀ ਜਪਜੀ ਸਾਹਿਬ ਦੇ ਇਸ ਹਿੱਸੇ ਵਿੱਚ 5 ਖੰਡਾਂ ਦੀ ਜਾਣਕਾਰੀ ਦਿੱਤੀ ਗਈ ਹੈ। ਸੋ ਗੁਰੂ ਜੀ ਨੇ ਲੜੀਵਾਰ ਇਹਨਾਂ ਖੰਡਾਂ ਦਾ ਇਸ ਤਰ੍ਹਾਂ ਵਿਖਿਆਨ ਕੀਤਾ: ਧਰਮ ਖੰਡ, ਦੂਜਾ ਗਿਆਨ ਖੰਡ, ਤੀਜਾ ਸਰਮ ਖੰਡ, ਚੌਥਾ ਕਰਮ ਖੰਡ, 5ਵਾਂ ਸੱਚ ਖੰਡ। ਪਰ ਕਈਆਂ ਨੇ ਇਹਨਾਂ ਦੀ ਗਿਣਤੀ ਇਸ ਤਰ੍ਹਾਂ ਕੀਤੀ ਹੈ: ਧਰਮ ਖੰਡ, ਗਿਆਨ ਖੰਡ, ਗਿਆਨ ਪ੍ਰਚੰਡ ਖੰਡ, ਸਰਮ ਖੰਡ। ਉਹਨਾਂ ਨੇ ਸੱਚਖੰਡ ਨੂੰ ਪਾਰ ਬ੍ਰਹਮ ਦੇ ਰਹਿਣ ਦੀ ਥਾਂ ਮੰਨਿਆ ਹੈ ਅਤੇ ਬਾਕੀ 5 ਨੂੰ ਭਜਨੀਕ ਪੁਰਸ਼ਾਂ ਦੇ ਰਹਿਣ ਦੀ ਥਾਂ ਜਾਂ ਅਵਸਥਾ ਮੰਨਿਆ। ਪਰ ਆਮ ਕਰਕੇ ਵਿਦਵਾਨਾਂ ਵੱਲੋਂ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚਖੰਡ ਇਹੋ ਹੀ 5 ਖੰਡ ਮੰਨੇ ਜਾਂਦੇ ਆ। ਪਰ ਕਈ ਗਿਆਨ ਖੰਡ ਦੇ ਨਾਲ ਗਿਆਨ ਪ੍ਰਚੰਡ ਦੀਆਂ ਅਖੀਰਲੀਆਂ 2 ਪੰਗਤੀਆਂ ਦਾ ਵੀ ਵਿਖਿਆਨ ਉਸ ਨੂੰ ਖੰਡ ਮੰਨਦੇ ਆ। ਸੋ ਹੁਣ ਆਓ ਆਪਾਂ ਇਹਨਾਂ 5 ਖੰਡਾਂ ਦੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਅਲੱਗ-ਅਲੱਗ ਸਿੱਖ ਕੌਮ ਦੇ ਮਹਾਨ ਵਿਦਵਾਨਾਂ ਦੇ ਵਿਚਾਰਾਂ ਨੂੰ ਸਰਵਣ ਕਰਦੇ ਹਾਂ। ਭਾਈ ਵੀਰ ਸਿੰਘ ਜੀ, ਭਾਈ ਕਾਨ੍ਹ ਸਿੰਘ ਜੀ ਨਾਭਾ ਵਰਗੇ ਵਿਦਵਾਨਾਂ ਨੇ ਜਾਂ ਹੋਰ ਵਿਦਵਾਨਾਂ ਨੇ ਨਾਮ ਦੀ ਅਵਸਥਾ ਵਿੱਚ ਪਹੁੰਚੇ ਸੰਤਾਂ ਮਹਾਂਪੁਰਖਾਂ ਨੇ ਇਹਨਾਂ 5 ਖੰਡਾਂ ਦੇ ਅਰਥ ਇਸ ਤਰ੍ਹਾਂ ਕੀਤੇ ਹਨ। ਖੰਡ ਦਾ ਅਰਥ ਹੈ ਧਰਤੀ ਦਾ ਟੁਕੜਾ, ਲੋਕ ਜਾਂ ਦੇਸ਼, ਹਿੱਸਾ ਜਾਂ ਪਾਰਟ। ਖੰਡ ਦਾ ਮਤਲਬ ਧਰਤੀ ਦਾ ਟੁਕੜਾ ਜਾਂ ਲੋਕ ਕਹਿ ਲਓ, ਜਾਂ ਕੋਈ ਦੇਸ਼ ਕਹਿ ਲਓ, ਜਾਂ ਹਿੱਸਾ ਕਹਿ ਲਓ, ਇੰਗਲਿਸ਼ 'ਚ ਪਾਰਟ ਕਹਿ ਲਓ। ਸੋ ਜਿਵੇਂ ਉਦਾਹਰਣ ਦੇ ਤੌਰ 'ਤੇ ਭਾਰਤ ਇੱਕ ਦੇਸ਼ ਹੈ। ਐਗਜ਼ੈਂਪਲੀ, ਭਾਰਤ ਇੱਕ ਦੇਸ਼ ਹੈ, ਉਸ ਦੇ ਵਿੱਚ ਪੰਜਾਬ ਹੈ। ਪੰਜਾਬ ਦੇਸ਼ ਵਿੱਚ ਮਾਝਾ ਦੇਸ਼ ਹੈ, ਮਾਲਵਾ ਦੇਸ਼ ਹੈ, ਦੁਆਬਾ ਦੇਸ਼ ਹੈ। ਫਿਰ ਦੁਆਬੇ ਦੇਸ਼ ਵਿੱਚ ਨਾਭਾ ਦੇਸ਼ ਹੈ, ਪਟਿਆਲੇ ਵਾਲੇ ਰਾਜੇ ਦਾ ਦੇਸ਼ ਹੈ। ਮਾਲਵੇ ਵਿੱਚ ਬਠਿੰਡੇ ਵਾਲੇ ਰਾਜੇ ਦਾ ਬਾਂਗਰ ਦੇਸ਼ ਸੀ। ਫਰੀਦਕੋਟ ਦੇ ਰਾਜੇ ਦਾ ਆਪਣਾ ਦੇਸ਼ ਸੀ। ਲੁਧਿਆਣੇ ਦੇ ਰਾਜੇ ਲੋਧੀ ਸੁਲਤਾਨ ਦਾ ਆਪਣਾ ਦੇਸ਼ ਸੀ। ਇਸ ਤਰ੍ਹਾਂ ਪੰਜਾਬ ਵਿੱਚ ਹੀ ਕਈ ਦੇਸ਼ ਹੋ ਗਏ। ਇਸੇ ਤਰ੍ਹਾਂ ਹੀ ਗੁਰਬਾਣੀ ਅਨੁਸਾਰ
प्रीतम का देश कैसे बातन के जाइए। प्रीतम का देश कैसे बातन के जाइए। जिथे प्यारा प्रीतम पार ब्रह्म परमेश्वर वसदा है, उस देश का नाम सचखंड है। बाकी खंड ਜਾਂ ਦੇਸ਼ ਜੋ ਹਨ, ਉਹਨਾਂ ਵਿੱਚ ਨਾਮ ਅਭਿਆਸੀ ਰਹਿੰਦੇ ਹਨ। ਜਿਵੇਂ ਜਿਵੇਂ ਜਾਂ ਜਿਸ ਜਿਸ ਤਰੀਕੇ ਨਾਲ ਕਿਸੇ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ, ਉਵੇਂ ਉਵੇਂ ਉਹਨਾਂ ਵਾਸਤੇ ਪ੍ਰੀਤਮ ਦੇ ਦੇਸ਼ ਵਿੱਚ ਰਹਿਣ ਲਈ ਮੰਡਲ ਹੈ। ਲੋਕ ਜਾਂ ਦੇਸ਼ ਬਣੇ ਹਨ ਜਿਨ੍ਹਾਂ ਵਿੱਚ ਉਹ ਰਹਿੰਦੇ ਹਨ। ਜਿਵੇਂ ਕੋਈ ਪੂਜਾ ਅਰਚਨਾ ਕਰਦਾ, ਕੋਈ ਜਪ ਤਪ ਕਰਦਾ, ਕੋਈ ਪ੍ਰਭੂ ਦੇ ਜੀਵ ਜਾਣ ਕੇ ਮਨੁੱਖਾਂ ਦੀ ਸੇਵਾ ਕਰਦਾ, ਕੋਈ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਅਭਿਆਸ ਕਰਦਾ ਹੈ ਅਤੇ ਉਹਨਾਂ ਦਾ ਮੰਨਣ ਕਰਦਾ ਹੈ। ਇਹ ਸਾਰੇ ਮੁਕਤ ਹੋ ਜਾਂਦੇ ਹਨ ਅਤੇ ਉੱਥੇ ਜਾ ਕੇ ਬਾਕੀ 4 ਖੰਡਾਂ ਦੇ ਵਾਸੀ ਹੋ ਜਾਂਦੇ ਹਨ। ਪ੍ਰੀਤਮ ਦੇ ਦੇਸ਼ ਵਿੱਚ ਰਹਿੰਦੇ ਹਨ, ਪਰ ਸੱਚਖੰਡ ਵਿੱਚ ਉਹ ਜਾਂਦੇ ਹਨ ਜੋ ਹੋਰ ਕੋਈ ਸਾਧਨ ਨਹੀਂ ਕਰਦੇ, ਸਿਰਫ ਵਾਹਿਗੁਰੂ ਵਿੱਚ ਸੁਰਤ ਜੋੜ ਕੇ ਰੱਖਦੇ ਹਨ। ਜਿਵੇਂ ਨੰਬਰ 1 ਤੇ ਧਰਮਖੰਡ। ਧਰਮਖੰਡ ਉਹ ਸਥਾਨ ਹੈ ਜੋ ਜੀਵ ਸੰਸਾਰ ਵਿੱਚ ਆਪਣੀ ਧਰਮ ਦੀ ਯਾਤਰਾ ਸ਼ੁਭ ਕਰਮਾਂ ਤੋਂ ਸ਼ੁਰੂ ਕਰਦੇ ਹਨ। ਜੋ ਜੀਵ ਸੰਸਾਰ ਵਿੱਚ ਆਪਣੇ ਧਰਮ ਦੀ ਯਾਤਰਾ ਸ਼ੁਭ ਕਰਮਾਂ ਤੋਂ ਸ਼ੁਰੂ ਕਰਦੇ ਹਨ, ਜੋ ਪ੍ਰਮਾਤਮਾ ਵੱਲੋਂ ਬਣਾਈ ਗਈ ਸ੍ਰਿਸ਼ਟੀ ਦੇ ਤਰੀਕੇ ਨੂੰ ਸਮਝ ਕੇ ਇਸ ਧਰਤੀ ਉੱਤੇ ਰਹਿਣ ਵਾਲੇ ਜੀਵਾਂ ਲਈ ਸ਼ੁਭ ਅਤੇ ਪੁੰਨ ਕਰਮ ਕਰਦੇ ਹਨ ਅਤੇ ਆਪਣੇ ਫਰਜ਼ ਨਿਭਾਉਂਦੇ ਹਨ। ਇਹ ਫਰਜ਼ ਨਿਭਾਉਣ ਵਾਲਿਆਂ ਦੇ ਰਹਿਣ ਦਾ ਦੇਸ਼ ਹੈ। ਜੋ ਧਰਮਖੰਡ ਹੈ, ਇਹ ਫਰਜ਼ ਨਿਭਾਉਣ ਵਾਲਿਆਂ ਦੇ ਰਹਿਣ ਦਾ ਦੇਸ਼ ਹੈ ਜੋ ਧਰਮ ਕਰਮ ਕਰਦੇ ਹਨ। ਧਰਮ ਦਾ ਭਾਵ ਫਰਜ਼ ਹੀ ਹੁੰਦਾ ਹੈ। ਧਰਮ ਦਾ ਭਾਵ ਫਰਜ਼ ਦੀ ਦੁਨੀਆ, ਜਿਸ ਵਿੱਚ ਧਰਮ ਦਾ ਜੀਵਨ ਉੱਚਾ ਹੁੰਦਾ ਹੈ ਅਤੇ ਕੁਕਰਮਾਂ ਦਾ ਤਿਆਗ ਕੀਤਾ ਜਾਂਦਾ ਹੈ। ਸ਼ੁਭ ਕਰਮ ਕਰਨਾ ਹੀ ਧਰਮ ਹੈ। ਨੰਬਰ 2 ਗਿਆਨ ਖੰਡ। ਗਿਆਨ ਖੰਡ ਵਿੱਚ ਗਿਆਨ ਦਾ ਹੀ ਪ੍ਰਕਾਸ਼ ਹੈ। ਗਿਆਨ ਖੰਡ ਵਿੱਚ ਗਿਆਨ ਦਾ ਹੀ ਪ੍ਰਕਾਸ਼ ਹੈ। ਉੱਥੇ ਹਰ ਵੇਲੇ ਬ੍ਰਹਮ ਦੇ ਗਿਆਨ ਦੀ ਵਿਚਾਰ ਚੱਲਦੀ ਹੀ ਰਹਿੰਦੀ ਹੈ। ਉੱਥੇ ਹਰ ਵੇਲੇ ਇਲਾਹੀ ਕੀਰਤਨ ਗੂੰਜਦਾ ਰਹਿੰਦਾ ਹੈ ਅਤੇ ਕਰੋੜਾਂ ਹੀ ਰੱਬੀ ਰੰਗਾਂ ਦੇ ਦਿਲ ਪਰਚਾਵੇ ਅਤੇ ਖੁਸ਼ੀਆਂ ਹੁੰਦੀਆਂ ਰਹਿੰਦੀਆਂ ਹਨ। ਨੰਬਰ 3 ਸਰਮਖੰਡ। ਸਰਮਖੰਡ ਵਿੱਚ ਉਹ ਰਹਿੰਦੇ ਹਨ ਜਿਨ੍ਹਾਂ ਨੇ ਸੰਸਾਰ ਵਿੱਚ ਸ਼ਰਮ, ਹਯਾ ਅਤੇ ਲੱਜਾ ਵਾਲਾ ਜੀਵਨ ਬਤੀਤ ਕੀਤਾ ਹੈ। ਆਪਣੇ ਜੀਵਨ ਨੂੰ ਸੰਕੋਚ ਕੇ ਰੱਖਿਆ ਹੈ, ਭਾਵ ਮਰਜ਼ਾਦਾ ਵਿੱਚ ਰੱਖਿਆ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਮਰਜ਼ਾਦਾ ਰੱਖਣ ਦੀ ਕੀ ਲੋੜ ਹੈ ਜੀ, 5 ਕਕਾਰਾਂ ਦੀ ਮਰਜ਼ਾਦਾ ਰੱਖਣੀ, ਫਿਰ ਅੰਮ੍ਰਿਤ ਛਕ ਕੇ ਜਿਹੜੇ 5 ਕਕਾਰ ਅਸੀਂ ਰੱਖਦੇ ਹਾਂ, ਉਹ ਤੋਂ ਇਲਾਵਾ ਅਸੀਂ ਸਰੀਰ ਦੀ ਮਰਜ਼ਾਦਾ ਵੀ ਰੱਖਦੇ ਹਾਂ। ਜਿਵੇਂ ਕੇਸ ਨਹੀਂ ਕੱਟਦੇ, ਅਸੀਂ ਸ਼ਰਾਬ ਨਹੀਂ ਪੀਂਦੇ, ਮਾਸ ਨਹੀਂ ਖਾਂਦੇ, ਤੰਬਾਕੂ ਦਾ ਇਸਤੇਮਾਲ ਨਹੀਂ ਕਰਦੇ, ਹੋਰ ਵਿਕਾਰ ਨਹੀਂ ਭੋਗਦੇ। ਇਹ ਮਰਜ਼ਾਦਾ ਹੈ ਅਤੇ ਮਰਜ਼ਾਦਾ ਦਾ ਨਾਮ ਹੀ ਸ਼ਰਮ ਹੈ, ਮਰਜ਼ਾਦਾ ਦਾ ਨਾਮ ਹੀ ਹਯਾ ਹੈ, ਮਰਜ਼ਾਦਾ ਦਾ ਨਾਮ ਹੀ ਲੱਜਾ। ਜਿਸ ਨੂੰ ਆਪਣੇ ਵਾਹਿਗੁਰੂ ਦੀ ਲੱਜਾ, ਸ਼ਰਮ, ਹਯਾ ਨਹੀਂ ਹੈ, ਉਹ ਇਹਨਾਂ ਮਰਜ਼ਾਦਾ ਨੂੰ ਨਹੀਂ ਕਰਦਾ। ਅੰਮ੍ਰਿਤ ਛਕ ਕੇ ਵੀ ਪਤਿਤ ਪੁਣੇ ਵਾਲੇ ਕਰਮ ਉਸੇ ਤਰ੍ਹਾਂ ਹੀ ਕਰਦਾ ਰਹਿੰਦਾ। ਕੇਸ ਦਾੜ੍ਹੀ ਰੱਖ ਲਈ, ਕਕਾਰ ਨਹੀਂ ਪਾਉਂਦਾ, ਅੰਮ੍ਰਿਤ ਛਕ ਲਿਆ, ਸ਼ਰਾਬ ਪੀਂਦਾ, ਮਾਸ ਖਾਂਦਾ, ਹੋਰ ਵਿਕਾਰਾਂ ਵਾਲੇ ਕਰਮ ਕਰਦਾ। ਕਈ ਲੋਕ ਤਾਂ ਤੰਬਾਕੂ ਵੀ ਲਾਉਂਦੇ ਆ, ਜਰਦਾ ਜਿਹਨੂੰ ਕਹਿੰਦੇ ਆ।
ਸੋ ਜੇ ਇਹ ਸਾਰੇ ਕਰਮ ਕਰਦੇ ਹੀ ਆ ਅੰਮ੍ਰਿਤ ਛਕ ਕੇ, ਇਹਦਾ ਮਤਲਬ ਉਹਨਾਂ ਕੋਲੇ ਸ਼ਰਮ ਨਹੀਂ ਹੈ, ਗੁਰੂ ਦਾ ਡਰ ਨਹੀਂ ਹੈ, ਹਯਾ ਨਹੀਂ ਹੈ ਉਹਨਾਂ ਕੋਲ, ਲੱਜਾ ਨਹੀਂ ਹੈ ਉਹਨਾਂ ਕੋਲ। ਸੋ ਜਿਹੜੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਸਰੀਰ ਦੀ ਮਰਜ਼ਾਦਾ ਨੂੰ ਅਤੇ ਕਕਾਰਾਂ ਦੀ ਮਰਜ਼ਾਦਾ ਨੂੰ ਰੱਖਦੇ ਹਨ, ਉਹਨਾਂ ਨੂੰ ਹੀ ਸ਼ਰਮਖੰਡੀ ਕਿਹਾ ਜਾਂਦਾ। ਸ਼ਰਮ ਵਾਲੇ, ਹਯਾ ਵਾਲੇ, ਲੱਜਾ ਵਾਲਾ ਜੀਵਨ ਬਤੀਤ ਕਰਨ ਵਾਲੇ ਕਿਹਾ ਜਾਂਦਾ। ਤੋ ਆਪਣੇ ਜੀਵਨ ਨੂੰ ਸੰਕੋਚ ਕੇ ਰੱਖਣਾ ਹੀ ਮਰਜ਼ਾਦਾ ਹੈ, ਉਹ ਹੀ ਸ਼ਰਮਖੰਡੀ ਆ। ਜਿਨ੍ਹਾਂ ਦੇ ਸਰੀਰ ਨੂੰ ਵਿਰਾਗ ਦਾ ਰੰਗ ਲੱਗਿਆ ਹੈ, ਉਹ ਹੀ ਸ਼ਰਮਖੰਡੀ ਆ। ਜਪਾਂ ਤਪਾਂ ਦੇ ਰਾਹੀਂ ਭਗਤੀ ਕੀਤੀ ਹੈ। ਸ਼ਰਮਖੰਡ ਉਹ ਥਾਂ ਹੈ ਜਿੱਥੇ ਅਨਨ ਭਗਤੀ ਵਾਲੇ ਤਪੱਸਵੀ ਜਾਂਦੇ ਹਨ। ਉਹ ਦੇਵੀ ਸੁੰਦਰਤਾ ਦਾ ਨਿਵਾਸ ਹੈ। ਸ਼ਰਮਖੰਡ ਸੁਹਾਵਣੀ ਅਤੇ ਸੁੰਦਰ ਥਾਂ ਹੈ, ਜਿੱਥੇ ਸ਼ਰਮ, ਹਯਾ ਤੇ ਲੱਜਾ ਵਾਲੇ ਲੋਕ ਰਹਿੰਦੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸ਼ਰਮ, ਹਯਾ ਤੇ ਲੱਜਾ ਵਾਲਾ ਜੀਵਨ ਬਤੀਤ ਕੀਤਾ। ਆਪਾਂ ਗੁਰਸਿੱਖਾਂ ਦੀ ਗੱਲ ਕੀਤੀ, ਅੰਮ੍ਰਿਤਧਾਰੀਆਂ ਦੀ। ਉਹਨਾਂ ਤੋਂ ਇਲਾਵਾ ਹੋਰ ਲੋਕ ਵੀ ਹਨ ਦੂਜੇ ਧਰਮਾਂ ਦੇ, ਜਿਹੜੇ ਆਪਣੀ ਹਯਾ ਰੱਖਦੇ ਹਨ, ਆਪਣੀ ਲੱਜਾ ਨੂੰ ਸੰਕੋਚ ਕੇ ਰੱਖਦੇ ਹਨ। ਸਾਰੇ ਧਰਮਾਂ ਦੇ ਲੋਕ, ਜਿਵੇਂ ਇਸਤਰੀ ਆਪਦੀ ਲੱਜਾ ਰੱਖਦੀ ਆ, ਵੱਡੇ ਛੋਟੇ ਦੀ ਲੱਜਾ ਰੱਖਦੀ ਆ, ਹਯਾ ਰੱਖਦੀ ਆ, ਸ਼ਰਮ ਰੱਖਦੀ ਆ। ਮਨੁੱਖ ਵੱਡੇ ਛੋਟਿਆਂ ਦੀ ਸ਼ਰਮ ਲੱਜਾ ਰੱਖਦੇ ਆ, ਕਿਸੇ ਵੀ ਧਰਮ ਦੇ ਹੋਣ ਭਾਵੇਂ ਉਹ। ਜਿਨ੍ਹਾਂ ਨੇ ਸਾਧੂ ਸੰਤ ਵੀ ਆਪਣੀ ਸ਼ਰਮ, ਲੱਜਾ, ਹਯਾ ਰੱਖਦੇ ਹਨ, ਪਰਮਾਤਮਾ ਦੇ ਭੈ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਆ। ਸੋ ਇਸ ਤਰ੍ਹਾਂ ਦੇ ਸਾਰੇ ਲੋਕ ਉਸ ਸ਼ਰਮਖੰਡ ਦੇ ਵਿੱਚ ਰਹਿੰਦੇ ਆ, ਅਤੇ ਸੁਹਾਵਣੀ ਅਤੇ ਸੁੰਦਰ ਥਾਂ ਉਹ ਦੇਵੀ ਸੁੰਦਰਤਾ ਦਾ ਨਿਵਾਸ ਹੈ ਸ਼ਰਮਖੰਡ। ਨੰਬਰ 4 ਕਰਮਖੰਡ। ਕਰਮਖੰਡ ਬਖਸ਼ਿਸ਼ ਦਾ ਲੋਕ ਹੈ, ਭਾਵ ਦੇਸ਼ ਹੈ। ਕਰਮ ਮੀਨਸ ਬਖਸ਼ਿਸ਼, ਜਿੱਥੇ ਵਾਹਿਗੁਰੂ ਤੋਂ ਬਖਸ਼ੇ ਹੋਏ ਭਗਤ ਜਨ ਨਿਵਾਸ ਕਰਦੇ ਹਨ। ਇਹ ਬਖਸ਼ੀ ਹੋਈ ਆਤਮਾ ਦੀ ਅਵਸਥਾ ਹੈ। ਕਰਮਖੰਡੀ, ਕਰਮਖੰਡ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦਾ ਕਰਮ ਹੋ ਜਾਂਦਾ ਹੈ, ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ। ਕਿਰਪਾ ਦਾ ਘਰ, ਮਿਹਰ ਦਾ ਘਰ, ਬਖਸ਼ਿਸ਼ ਦਾ ਘਰ। ਘਰ ਮੀਨਸ ਖੰਡ, ਕਰਮ ਮੀਨਸ ਬਖਸ਼ਿਸ਼, ਮਿਹਰ, ਕਿਰਪਾ। ਉੱਥੇ ਉਹ ਲੋਕ ਰਹਿੰਦੇ ਹਨ ਕਰਮਖੰਡ ਵਿੱਚ ਜੋ ਵਾਹਿਗੁਰੂ ਦੇ ਬਖਸ਼ੇ ਹੋਏ ਹਨ, ਬਖਸ਼ਿਸ਼ਾਂ ਵਾਲੇ ਹਨ, ਵਾਹਿਗੁਰੂ ਦੀ ਮਿਹਰ ਦੇ ਪਾਤਰ ਹਨ। ਨੰਬਰ 5 ਸੱਚਖੰਡ। ਸੱਚਖੰਡ ਪਰ ਜੋ ਸਿਰਫ ਪਰਮੇਸ਼ਰ ਦਾ ਧਿਆਨ ਧਰ ਕੇ ਉਸ ਦਾ ਹੀ ਨਾਮ ਜਪਦੇ ਹਨ, ਉਹ ਸੱਚਖੰਡ ਦੇ ਵਾਸੀ ਹੋ ਜਾਂਦੇ ਹਨ। ਭਾਵ ਜਿੱਥੇ ਵਾਹਿਗੁਰੂ ਸੁਤੇਮਾਨ ਪ੍ਰਕਾਸ਼ ਵਿੱਚ ਬਿਰਾਜਮਾਨ ਹੈ, ਜਿੱਥੇ ਵਾਹਿਗੁਰੂ ਸੁਤੇਮਾਨ ਪ੍ਰਕਾਸ਼ ਵਿੱਚ ਬਿਰਾਜਮਾਨ ਹੈ, ਉਹ ਉਸ ਪ੍ਰਕਾਸ਼ ਵਿੱਚ ਲੀਨ ਹੋ ਜਾਂਦੇ ਹਨ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਿਰਫ ਤੇ ਸਿਰਫ ਵਾਹਿਗੁਰੂ ਨੂੰ ਹੀ ਸਿਮਰਿਆ ਹੈ, ਵਾਹਿਗੁਰੂ ਤੇ ਹੀ ਓਟ ਰੱਖੀ ਹੈ, ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਆਸ ਨਹੀਂ ਰੱਖੀ, ਕਿਸੇ ਦੀ ਪੂਜਾ ਨਹੀਂ ਕੀਤੀ, ਉਹੀ ਸੱਚਖੰਡ ਜਾਂਦੇ ਆ। ਬਾਕੀ ਹੋਰ ਉਪਾਸਨਾ ਵਾਲੇ, ਹੋਰ ਕਰਮ ਕਰਨ ਵਾਲੇ ਉਹ ਦੂਸਰੇ ਖੰਡਾਂ ਵਿੱਚ ਰਹਿ ਜਾਂਦੇ ਆ। ਇਸ ਤਰ੍ਹਾਂ ਸੱਚਖੰਡ ਉਸ ਨੂੰ ਕਹਿੰਦੇ ਜਿੱਥੇ ਵਾਹਿਗੁਰੂ ਸੁਤੇਮਾਨ ਪ੍ਰਕਾਸ਼ ਦਾ ਨਿਵਾਸ ਹੈ, ਅਤੇ ਉੱਥੇ ਉਹ ਲੋਕ ਜਾਂਦੇ ਆ ਜੋ ਸਿਰਫ ਵਾਹਿਗੁਰੂ ਨੂੰ ਹੀ ਜਪਦੇ ਹਨ। ਵਾਹਿਗੁਰੂ ਮੀਨਸ ਸਿਰਫ ਪਰਮਾਤਮਾ। ਸੋ ਉਸ ਦੇ ਵਿੱਚ ਰਾਮ ਵੀ ਆ ਜਾਂਦਾ, ਅੱਲਾ ਹੀ ਆ ਜਾਂਦਾ, ਹੋਰ ਧਰਮਾਂ ਦੇ ਜੋ ਵੀ ਨਾਮ ਹਨ, ਪਰਮੇਸ਼ਰ ਦੇ ਨਾਮ ਰੱਖੇ ਆ, ਨਾਮ ਰੱਖੇ ਉਹਨਾਂ ਨੇ, ਉਹ ਉਸ ਨੂੰ ਹੀ ਜਪਦੇ ਆ, ਹੋਰ ਕਿਸੇ ਚੀਜ਼ ਨੂੰ ਨਹੀਂ ਜਪਦੇ, ਉਹ ਉੱਥੇ ਚਲੇ ਜਾਂਦੇ ਹਨ। ਸੋ ਇਸ ਤਰ੍ਹਾਂ ਇਹ 5 ਖੰਡਾਂ ਦੀ ਇੱਕ ਸਮੁੱਚੀ ਜਿਹੀ ਜਾਣਕਾਰੀ ਆਪਾਂ ਹੋਰ ਵੀ ਅੱਗੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਵੀ ਇਹਨਾਂ 5 ਖੰਡਾਂ ਨੂੰ ਕਿਵੇਂ ਵਿਦਵਾਨਾਂ ਨੇ ਮੰਨਿਆ, ਕਿਹੜਿਆਂ ਨੇ ਮੰਨਿਆ, ਅਤੇ ਉਹ ਸੱਚ ਹੈ ਸਾਰਾ।
ਜਿਵੇਂ ਫਰੀਦਕੋਟ ਵਾਲੇ ਟੀਕੇ ਵਿੱਚ, ਜਦੋਂ ਫਰੀਦਕੋਟ ਵਾਲਾ ਟੀਕਾ ਜਿਸ ਵਿੱਚ 32 ਮਹਾਨ ਵਿਦਵਾਨਾਂ ਨੇ ਸਾਰੇ ਖੰਡਾਂ ਦੇ ਇਹੋ ਹੀ ਅਰਥ ਕੀਤੇ ਜਿਹੜੇ ਆਪ ਜੀ ਨੇ ਸੁਣੇ ਆ। ਫਰੀਦਕੋਟ ਵਾਲੇ ਟੀਕੇ ਵਿੱਚ 32 ਮਹਾਨ ਵਿਦਵਾਨ ਸੰਤਾਂ ਮਹਾਂਪੁਰਖਾਂ ਨੇ ਇਕੱਠੇ ਹੋ ਕੇ ਉਸ ਦੇ ਇਹੋ ਹੀ ਅਰਥ ਕੀਤੇ। ਤੇ ਸਿੱਖ ਧਰਮ ਦੇ ਵਿੱਚ ਫਰੀਦਕੋਟ ਵਾਲਾ ਪਹਿਲਾ ਟੀਕਾ ਹੈ ਜੋ ਸਿੱਖ ਧਰਮ ਅਨੁਸਾਰ ਗੁਰਬਾਣੀ ਦਾ ਟੀਕਾ ਹੋਇਆ। ਤੇ ਇਹਨਾਂ ਨੂੰ 32-33 ਮਹਾਂਪੁਰਖਾਂ ਨੇ ਇਕੱਤਰ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਸੀ। ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸੰਪਰਦਾ ਦੇ ਮੁਖੀ ਸੰਤ ਕਿਰਪਾਲ ਸਿੰਘ ਜੀ, ਇਹਨਾਂ ਨੇ ਅਮੀਰ ਭੰਡਾਰ ਦੇ ਨਾਮ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ 10 ਭਾਗਾਂ ਵਿੱਚ ਛਪਵਾਇਆ, ਜੋ ਪ੍ਰਮਾਣਾ ਸਹਿਤ ਹੈ। ਭਾਈ ਮਨੀ ਸਿੰਘ ਜੀ ਨੇ ਤਲਵੰਡੀ ਸਾਬੋ ਕੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਣ ਵੇਲੇ ਗੁਰਬਾਣੀ ਦਾ ਸਹੀ ਉਚਾਰਨ ਸਿੱਖਿਆ ਸੀ ਭਾਈ ਮਨੀ ਸਿੰਘ ਜੀ ਨੇ, ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਗੁਰਬਾਣੀ ਦੇ ਸਹੀ ਅਰਥ ਸੁਣੇ ਸਨ ਭਾਈ ਮਨੀ ਸਿੰਘ ਜੀ ਨੇ। ਫਿਰ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪੈਰੋਕਾਰ ਉਸੇ ਤਰੀਕੇ ਨਾਲ ਗੁਰਬਾਣੀ ਦਾ ਉਚਾਰਨ ਕਰਦੇ ਰਹੇ ਅਤੇ ਗੁਰਬਾਣੀ ਦੇ ਅਰਥ ਵੀ ਉਸੇ ਤਰੀਕੇ ਨਾਲ ਹੀ ਕਰਦੇ ਰਹੇ ਜਿਸ ਤਰੀਕੇ ਨਾਲ ਭਾਈ ਮਨੀ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਦਮਦਮਾ ਸਾਹਿਬ ਵਿਖੇ ਸੁਣੇ ਸਨ। ਫਿਰ ਇਸੇ ਸੰਪਰਦਾ ਦੇ 8ਵੇਂ ਜਥੇਦਾਰ ਹੋਏ ਸ਼੍ਰੀਮਾਨ ਸੰਤ ਬ੍ਰਹਮ ਗਿਆਨੀ ਸੰਤ ਅਮੀਰ ਸਿੰਘ ਜੀ, ਬਾਜ਼ਾਰ ਸੱਤੋ ਵਾਲੀ ਗਲੀ, ਨਮਕ ਮੰਡੀ, ਸ੍ਰੀ ਅੰਮ੍ਰਿਤਸਰ ਸਾਹਿਬ। ਸੰਤ ਅਮੀਰ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਰਦਾਇ ਟੀਕਾ ਕੀਤਾ, ਜੋ ਭਾਈ ਮਨੀ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਦਮਦਮਾ ਸਾਹਿਬ ਵਾਲੀ ਬੀੜ ਉੱਤੋਂ ਗੁਰਬਾਣੀ ਦੇ ਅਰਥ ਸੁਣੇ ਸਨ। ਇਨ ਬਿਨ ਉਸੇ ਤਰੀਕੇ ਦੇ ਨਾਲ ਉਸੇ ਤਰ੍ਹਾਂ ਹੀ ਸੰਤ ਅਮੀਰ ਸਿੰਘ ਜੀ ਨੇ ਅਰਥ ਕੀਤੇ। ਉਹਨਾਂ ਤੋਂ ਬਾਅਦ ਸੰਤ ਗਿਆਨੀ ਕਿਰਪਾਲ ਸਿੰਘ ਜੀ ਹੋਏ, ਜਿਨ੍ਹਾਂ ਨੇ ਸੰਤ ਅਮੀਰ ਸਿੰਘ ਜੀ ਵੱਲੋਂ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਰਦਾਇ ਟੀਕੇ ਨੂੰ ਆਪਣੇ ਵੱਲੋਂ ਪ੍ਰਮਾਣ ਲਿਖ ਕੇ 10 ਭਾਗਾਂ ਵਿੱਚ ਛਪਵਾਇਆ, ਜੋ ਭਾਈ ਚਤਰ ਸਿੰਘ ਜੀ ਅਤੇ ਭਾਈ ਜੀਵਨ ਸਿੰਘ ਜੀ ਦੀ ਪ੍ਰੈਸ ਨੇ ਛਾਪਿਆ। ਫਿਰ ਅੱਗੇ ਹੋਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸੰਪਰਦਾ ਦੇ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਇਹਨਾਂ ਪੌੜੀਆਂ ਦੇ ਇਸੇ ਤਰੀਕੇ ਦੇ ਨਾਲ ਹੀ ਅਰਥ ਕੀਤੇ ਹਨ। ਇਹਨਾਂ ਨੇ ਸੰਤ ਗੁਰਬਚਨ ਸਿੰਘ ਜੀ ਖਾਲਸਾ ਨੂੰ ਵਿਦਿਆ ਮਾਰਤੰਡ ਦਾ ਖਿਤਾਬ ਮਿਲਿਆ ਹੋਇਆ ਸੀ। ਦਮਦਮੀ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਜੀ, ਟਕਸਾਲ ਦੇ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੂੰ ਵਿਦਿਆ ਮਾਰਤੰਡ ਦਾ ਖਿਤਾਬ ਮਿਲਿਆ ਹੋਇਆ ਸੀ। ਸੰਤ ਗੁਰਬਚਨ ਸਿੰਘ ਜੀ ਖਾਲਸਾ 14 ਭਾਸ਼ਾਵਾਂ ਬੋਲ ਲੈਂਦੇ ਸਨ, ਜਿਹੜੀਆਂ ਸਾਡੇ ਇੰਡੀਆ ਦੇ ਨੋਟ ਉੱਤੇ ਲਿਖੀਆਂ ਹੋਈਆਂ ਨਾ, ਸਾਰੀਆਂ ਭਾਸ਼ਾਵਾਂ ਬੋਲ ਲੈਂਦੇ ਸਨ ਉਹ। ਫਿਰ ਅੱਗੇ ਭਾਈ ਕਾਹਨ ਸਿੰਘ ਜੀ ਨਾਭਾ ਸਿੱਖ ਧਰਮ ਦੇ ਬਹੁਤ ਚੋਟੀ ਦੇ ਵਿਦਵਾਨ ਹੋਏ ਹਨ, ਜਿਨ੍ਹਾਂ ਨੇ ਮਹਾਨ ਕੋਸ਼ ਨਾਮ ਦਾ ਬਹੁਤ ਵੱਡਾ ਗ੍ਰੰਥ ਲਿਖਿਆ, ਜਿਸ ਵਿੱਚ ਗੁਰਬਾਣੀ ਦੇ ਅਤੇ ਦੁਨੀਆ ਦੇ ਹਰ ਸ਼ਬਦ ਦੇ ਅਰਥ ਲਿਖੇ ਹਨ। ਉਹਨਾਂ ਨੇ ਹੋਰ ਵੀ ਬਹੁਤ ਸਾਰੇ ਗ੍ਰੰਥ ਲਿਖੇ ਹਨ। ਫਿਰ ਇਹਨਾਂ ਨੇ ਵੀ 5 ਖੰਡਾਂ ਦੀ ਪਰਿਭਾਸ਼ਾ ਇਸੇ ਤਰੀਕੇ ਨਾਲ ਹੀ ਲਿਖੀ ਹੈ ਜਿਵੇਂ ਹੋਰ ਦੂਜੇ ਵਿਦਵਾਨਾਂ ਨੇ, ਮਹਾਂਪੁਰਖਾਂ ਨੇ ਲਿਖੀ ਹੈ। ਭਾਈ ਮਨੀ ਸਿੰਘ ਦੀ ਸੰਪਰਦਾ ਨੇ, ਦਮਦਮੀ ਟਕਸਾਲ ਨੇ, ਬਾਬਾ ਦੀਪ ਸਿੰਘ ਦੀ ਸੰਪਰਦਾ ਨੇ ਜਿਵੇਂ ਅਰਥ ਕੀਤੇ ਹੈ, ਇਹਨਾਂ ਨੇ ਵੀ 5 ਖੰਡਾਂ ਦੀ ਪਰਿਭਾਸ਼ਾ ਉਸੇ ਤਰੀਕੇ ਨਾਲ ਹੀ ਲਿਖੀ ਹੈ। ਫਿਰ ਅੱਗੇ ਗਿਆਨੀ ਮਾਨ ਸਿੰਘ ਜੀ ਝੀਵਰ ਹੋਏ ਆ। ਗਿਆਨੀ ਮਾਨ ਸਿੰਘ ਜੀ ਝੀਵਰ ਬਹੁਤ ਵਿਦਵਾਨ ਹੋਏ ਆ। ਇਹ ਵੀ ਸਿੱਖ ਧਰਮ ਦੇ ਮਹਾਨ ਵਿਦਵਾਨ ਹੋਏ ਹਨ।
ਇਹਨਾਂ ਦੀਆਂ ਲਿਖਤਾਂ ਨੂੰ ਵਿਦਵਾਨ ਲੋਕ ਗਿਆਨ ਦਾ ਥੰਮ ਮੰਨਦੇ ਆ। ਇਹਨਾਂ ਨੇ 5 ਖੰਡਾਂ ਦੇ ਅਰਥ ਇਸੇ ਤਰ੍ਹਾਂ ਨਾਲ ਹੀ ਕੀਤੇ ਆ। ਫਿਰ ਅੱਗੇ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਜੋ ਗੁਰੂ ਸਾਹਿਬਾਂ ਦੇ ਸਮੇਂ ਵਿੱਚ ਹੋਏ ਹਨ, ਇਹਨਾਂ ਤੋਂ ਬਾਅਦ ਵਿੱਚ ਹੋਣ ਵਾਲੇ ਹੋਰ ਨਾਮ ਰਸੀਏ ਅਤੇ ਗਿਆਨ ਦੀਆਂ ਉਡਾਰੀਆਂ ਮਾਰਨ ਵਾਲੇ ਭਾਈ ਰਣਧੀਰ ਸਿੰਘ ਜੀ ਧੀਰ ਅਤੇ ਭਾਈ ਰਘਬੀਰ ਸਿੰਘ ਜੀ ਬੀਰ ਵਰਗਿਆਂ ਨੇ ਵੀ ਇਹਨਾਂ ਅਰਥਾਂ ਨੂੰ ਹੀ ਸਹੀ ਮੰਨਿਆ। ਭਾਈ ਪੂਰਨ ਸਿੰਘ ਜੀ, ਭਾਈ ਪੂਰਨ ਸਿੰਘ ਜੀ ਜਿਨ੍ਹਾਂ ਨੇ BS ਕੈਮੀਕਲ ਇੰਜੀਨੀਅਰਿੰਗ ਅਤੇ PhD ਥਾਇਓਲੋਜੀ ਟੋਕਿਓ ਯੂਨੀਵਰਸਿਟੀ ਤੋਂ ਕੀਤੀ ਸੀ। ਭਾਈ ਪੂਰਨ ਸਿੰਘ ਜੀ, ਜਿਨ੍ਹਾਂ ਨੂੰ ਪ੍ਰੋਫੈਸਰ ਪੂਰਨ ਸਿੰਘ ਕਰਕੇ ਜਾਣਿਆ ਜਾਂਦਾ ਹੈ। ਭਾਈ ਪੂਰਨ ਸਿੰਘ ਜੀ ਜਿਨ੍ਹਾਂ ਨੇ BS ਕੈਮੀਕਲ ਇੰਜੀਨੀਅਰਿੰਗ ਅਤੇ PhD ਥਾਇਓਲੋਜੀ ਟੋਕਿਓ ਯੂਨੀਵਰਸਿਟੀ ਤੋਂ ਕੀਤੀ ਸੀ। ਪਰ ਨੋਟ ਕਰਨ ਵਾਲੀ ਗੱਲ ਹੈ ਕਿ ਉਹਨਾਂ ਨੇ ਇੰਨਾ ਕੁਝ ਪੜ੍ਹ ਕੇ ਵੀ ਕਦੇ ਆਪਣੇ ਨਾਮ ਨਾਲ ਪ੍ਰੋਫੈਸਰ ਨਹੀਂ ਲਿਖਵਾਇਆ। ਉਹ ਲੋਕ ਲਿਖ ਦਿੰਦੇ ਸੀਗੇ, ਉਹ ਗੱਲ ਵੱਖਰੀ ਆ, ਪਰ ਉਹਨਾਂ ਨੇ ਕਦੇ ਨਹੀਂ ਲਿਖਵਾਇਆ। ਉਹਨਾਂ ਨੇ ਵੀ ਇਹਨਾਂ ਅਰਥਾਂ ਵਿੱਚ ਵਿਸ਼ਵਾਸ ਕੀਤਾ। ਸਰਦਾਰ ਕਪੂਰ ਸਿੰਘ ਨਾਭੇ ਵਾਲੇ ਰਾਜੇ ਦੇ ਪਰਸਨਲ ਸੈਕਟਰੀ ਸਨ, ਉਹ ਵੀ ਇਸੇ ਵਿਚਾਰਧਾਰਾ ਨੂੰ ਮੰਨਦੇ ਹਨ। ਡਾਕਟਰ ਜੋਧ ਸਿੰਘ ਅਤੇ ਹੋਰ ਕਈ ਗੁਰਸਿੱਖ ਰੰਗ ਵਿੱਚ ਰੰਗੇ ਵਿਦਵਾਨ ਹੋਏ ਹਨ। ਡਾਕਟਰ ਜੋਧ ਸਿੰਘ ਅਤੇ ਹੋਰ ਕਈ ਗੁਰਸਿੱਖ ਨਾਮ ਰੰਗ ਵਿੱਚ ਰੰਗੇ ਹੋਏ ਵਿਦਵਾਨ ਹੋਏ ਹਨ, ਸਿੱਖੀ ਦੇ ਰੰਗ ਵਿੱਚ ਰੰਗੇ ਹੋਏ ਵਿਦਵਾਨ ਹੋਏ ਹਨ, ਜਿਨ੍ਹਾਂ ਨੇ ਵੀ ਸੰਪਰਦਾਈ ਅਰਥਾਂ ਨੂੰ ਹੀ ਮਾਨਤਾ ਦਿੱਤੀ ਹੈ। ਇਹਨਾਂ ਸਾਰਿਆਂ ਦੀ ਹੀ ਗੁਰਬਾਣੀ ਦੇ ਇਹਨਾਂ ਅਰਥਾਂ ਨਾਲ ਇੱਕੋ ਹੀ ਰਾਏ ਹੈ। ਇਹਨਾਂ ਸਾਰਿਆਂ ਦੀ ਗੁਰਬਾਣੀ ਦੇ ਅਰਥਾਂ ਨਾਲ ਇੱਕੋ ਹੀ ਰਾਏ ਹੈ। ਪਰ ਇਹਨਾਂ ਨੇ ਕਦੀ ਵੀ ਆਪਣੇ ਨਾਮ ਨਾਲ ਪ੍ਰੋਫੈਸਰ ਜਾਂ ਪ੍ਰਿੰਸੀਪਲ ਨਹੀਂ ਲਗਾਇਆ ਅਤੇ ਸਿੱਖੀ ਦੇ ਦਾਇਰੇ ਵਿੱਚ ਰਹਿ ਕੇ ਹੀ ਆਪਣਾ ਨਾਮ ਰੋਸ਼ਨ ਕੀਤਾ। ਇਹ ਸਾਰੇ ਸੰਪਰਦਾਈ ਅਰਥਾਂ ਨੂੰ ਹੀ ਮਾਨਤਾ ਦਿੰਦੇ ਹਨ। ਪਰ ਕੁਝ ਕੁ ਵਿਦਵਾਨ ਐਸੇ ਵੀ ਹਨ ਜੋ ਇਹਨਾਂ ਅਰਥਾਂ ਦੇ ਨਾਲ ਸਹਿਮਤ ਨਹੀਂ ਹਨ, ਜਿਵੇਂ ਪ੍ਰੋਫੈਸਰ ਪੂਰਨ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਪ੍ਰਿੰਸੀਪਲ ਸਤਬੀਰ ਸਿੰਘ, ਡਾਕਟਰ ਗੁਰਦਰਸ਼ਨ ਸਿੰਘ, ਡਾਕਟਰ ਕੁਲਬੀਰ ਸਿੰਘ ਅਤੇ ਹੋਰ ਪ੍ਰੋਫੈਸਰ ਅਤੇ ਪ੍ਰਿੰਸੀਪਲ। ਉਹ ਗੁਰਬਾਣੀ ਦੀਆਂ ਜਪਜੀ ਸਾਹਿਬ ਦੀਆਂ 5 ਖੰਡਾਂ ਵਾਲੀਆਂ ਪੌੜੀਆਂ ਨੂੰ ਮਨੁੱਖੀ ਆਤਮਾ ਦੇ 5 ਹਿੱਸੇ ਮੰਨਦੇ ਹਨ ਕਿ ਪ੍ਰਭੂ ਦੀ ਮਿਹਰ ਨਾਲ ਮਨੁੱਖ ਸਧਾਰਨ ਹਾਲਤ ਵਿੱਚੋਂ ਉੱਚਾ ਉੱਠ ਕੇ ਕਿਵੇਂ ਇੱਕ ਰੂਪ ਹੋ ਜਾਂਦਾ ਹੈ। ਇਹ ਵਿਦਵਾਨ 5 ਖੰਡਾਂ ਦੀਆਂ ਵਿਆਖਿਆ ਨੂੰ ਸਰੀਰਕ ਅਤੇ ਦੁਨਿਆਵੀ ਤਰੀਕੇ ਨਾਲ ਹੀ ਲੈਂਦੇ ਹਨ ਅਤੇ ਸਾਇੰਸ ਦੇ ਨਜ਼ਰੀਏ ਨਾਲ ਦੇਖਦੇ ਹਨ। ਸ਼ਰਧਾ ਭਾਵਨਾ ਤੋਂ ਪਾਸੇ ਹਟ ਕੇ ਸਾਇੰਸ ਦੇ ਨਜ਼ਰੀਏ ਨਾਲ ਦੇਖਦੇ ਹਨ ਕਿ ਸਾਇੰਸ ਫਿਲਹਾਲ ਕਿ ਸਾਇੰਸ ਗੁਰਬਾਣੀ ਤੋਂ ਬਾਅਦ ਹੈ। ਪਰ ਇੱਥੇ ਪਹਿਲਾਂ ਸਾਇੰਸ ਨੂੰ ਦੇਖਿਆ ਜਾਂਦਾ, ਫਿਰ ਗੁਰਬਾਣੀ ਨੂੰ ਦੇਖਿਆ ਜਾਂਦਾ। ਇਹਨਾਂ ਦੀ ਵਿਚਾਰਧਾਰਾ ਇਸ ਪ੍ਰਕਾਰ ਦੀ ਹੈ। ਇਹਨਾਂ ਬਾਕੀ ਸਾਰੇ ਪ੍ਰੋਫੈਸਰ ਪ੍ਰਿੰਸੀਪਲਾਂ ਦੇ ਵਿੱਚੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਹੀ ਸਿਰਮੌਰ ਮੰਨਿਆ ਜਾਂਦਾ ਹੈ ਅਤੇ ਇਹਨਾਂ ਦੇ ਪੈਰੋਕਾਰ, ਪ੍ਰੋਫੈਸਰ ਸਾਹਿਬ ਸਿੰਘ ਦੇ ਪੈਰੋਕਾਰ ਗੁਰਬਾਣੀ ਦੇ ਕੀਤੇ ਹੋਏ ਟੀਕੇ ਨੂੰ ਹੀ ਸਹੀ ਮੰਨਦੇ ਹਨ। ਜੋ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਹੈ, ਇਹਨਾਂ ਦੇ ਪੈਰੋਕਾਰ ਉਸ ਟੀਕੇ ਨੂੰ ਹੀ ਸਹੀ ਮੰਨਦੇ ਹਨ ਅਤੇ ਉਸ ਦਾ ਹੀ ਪ੍ਰਚਾਰ ਕਰਦੇ ਹਨ। ਪ੍ਰੋਫੈਸਰ ਸਾਹਿਬ ਸਿੰਘ ਦਾ ਪਹਿਲਾ ਨਾਮ ਨੱਥੂ ਰਾਮ ਸੀ ਅਤੇ ਫਿਰ ਉਹ ਅੰਮ੍ਰਿਤ ਛਕ ਕੇ ਸਾਹਿਬ ਸਿੰਘ ਬਣ ਗਏ ਸਨ। ਉਹਨਾਂ ਨੇ ਲਾਹੌਰ ਤੋਂ ਹੀ FA ਕੀਤੀ ਸੀ ਅਤੇ ਉੱਥੋਂ ਹੀ BA ਕੀਤੀ ਸੀ। ਬਾਕੀ ਪਟਿਆਲਾ ਯੂਨੀਵਰਸਿਟੀ ਵੱਲੋਂ ਜੋ ਉਹਨਾਂ ਨੂੰ ਅਵਾਰਡ ਦਿੱਤਾ, ਆਨਰੇਰੀ ਡਿਗਰੀ ਦਾ ਪ੍ਰਦਾਨ ਕੀਤੀ ਗਈ ਸੀ,
ਉਹ ਇੱਕ ਵੱਖਰਾ ਮੈਟਰ ਹੈ। ਉਹ ਉਹਨਾਂ ਦੀ ਆਪਸ ਵਿੱਚ ਸਹਿਮਤੀ ਜਾਂ ਲਿਆਕਤ ਕਹਿ ਲਓ, ਪਰ ਉਹ BA ਤੱਕ ਹੀ ਪੜ੍ਹੇ ਸਨ। ਪ੍ਰੋਫੈਸਰ ਸਾਹਿਬ ਸਿੰਘ, ਭਾਈ ਸਾਹਿਬ ਪ੍ਰੋਫੈਸਰ ਸਾਹਿਬ ਸਿੰਘ BA ਤੱਕ ਪੜ੍ਹੇ ਸਨ। ਅਤੇ ਜਿਹੜੇ ਪਿੱਛੇ ਪੜ੍ਹੇ ਪੂਰਨ ਸਿੰਘ ਜੀ, ਭਾਈ ਪੂਰਨ ਸਿੰਘ ਜਿਹੜੇ ਪ੍ਰੋਫੈਸਰ ਸਨ, ਉਹ ਇੰਨੇ ਪੜ੍ਹੇ ਸੀ, ਉਹਨਾਂ ਨੇ ਕਦੇ ਪ੍ਰੋਫੈਸਰ ਨਹੀਂ ਨਾਮ ਲਿਖਵਾਇਆ। ਸੋ ਦੈਨ ਇਹ ਜੋ ਪ੍ਰੋਫੈਸਰ ਪ੍ਰਿੰਸੀਪਲ ਹਨ ਨਾ, ਇਹ ਸਾਰੇ ਹੀ ਕਾਮਰੇਡੀ ਖਿਆਲਾਂ ਦੇ, ਸਤਬੀਰ ਸਿੰਘ ਵਗੈਰਾ ਵਗੈਰਾ ਕਾਮਰੇਡੀ ਜਨਸੰਘੀ ਖਿਆਲਾਂ ਦੇ ਸਨ। ਅਤੇ ਉਹਨਾਂ ਦੇ ਨਾਲ ਪ੍ਰੋਫੈਸਰ ਸਾਹਿਬ ਸਿੰਘ ਦੇ ਵਿਚਾਰ ਮਿਲਦੇ ਸਨ। ਇਸ ਤਰ੍ਹਾਂ ਦੇ ਨਾਲ ਇਹ ਸਾਰੇ ਇੱਕਮਿਕ ਹੋ ਕੇ ਇੱਕ ਵੱਖਰੇ ਤਰੀਕੇ ਦੇ ਅਰਥ ਕਰਦੇ ਹਨ। ਗੁਰਬਾਣੀ ਦਾ ਉਚਾਰਨ ਅਤੇ ਅਰਥ ਡਿਫਰੈਂਟ ਤਰੀਕੇ ਨਾਲ ਕਰਦੇ ਹਨ। ਫਿਰ ਅੱਗੇ ਪੰਜ ਖੰਡਾਂ ਨੂੰ ਦੀ ਜੋ ਜਾਣਕਾਰੀ ਆਪਾਂ ਪ੍ਰਾਪਤ ਕੀਤੀ ਹੈ, ਥੋੜ੍ਹਾ ਜਿਹਾ ਉਹ ਥੋੜ੍ਹਾ ਲੌਂਗ ਮੈਟਰ ਸੀਗਾ ਵੀ ਧਰਮ ਖੰਡ ਵਿੱਚ ਕੌਣ ਰਹਿੰਦਾ, ਕਰਮ ਖੰਡ ਦੇ ਵਿੱਚ ਕੌਣ ਜਾਂਦਾ, ਸਰਮ ਖੰਡ ਦੇ ਵਿੱਚ ਕੌਣ ਜਾਂਦਾ। ਸੋ ਆਪਾਂ ਇਸ ਨੂੰ ਹੋਰ ਸੌਖੇ ਤਰੀਕੇ ਨਾਲ ਸਮਝ ਸਕਦੇ ਹਾਂ। ਇਸ ਨੂੰ ਹੋਰ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਸਮਝਿਆ ਜਾ ਸਕਦਾ। ਸਰਮ ਖੰਡ ਮਤਲਬ ਫਰਜ਼ ਨਿਭਾਉਣ ਵਾਲਿਆਂ ਦੇ ਰਹਿਣ ਦਾ ਦੇਸ਼, ਜਿਸ ਵਿੱਚ ਧਰਮ ਦਾ ਜੀਵਨ ਉੱਚਾ ਹੁੰਦਾ ਅਤੇ ਕੁਕਰਮਾਂ ਦਾ ਤਿਆਗ ਕੀਤਾ ਜਾਂਦਾ। ਸ਼ਾਰਟਲੀ ਗਿਆਨ ਖੰਡ ਮਤਲਬ ਆਤਮਿਕ ਬੋਧੀਆਂ ਦੇ ਰਹਿਣ ਵਾਲੀ ਥਾਂ, ਉੱਥੇ ਬ੍ਰਹਮ ਦੀ ਵਿਚਾਰ ਦਾ ਬਹੁਤ ਪ੍ਰਚੰਡ ਪ੍ਰਕਾਸ਼ ਹੈ। ਸਰਮਖੰਡ ਮਤਲਬ ਪੂਜਾ ਉਪਾਸਨਾ ਕਰਨ ਵਾਲੇ ਸਤਿਪੁਰਖਾਂ ਦੀ ਥਾਂ, ਉਹ ਸ਼ਰਮ ਅਤੇ ਲੱਜਾ ਕਰਕੇ ਘੱਟ ਬੋਲਦੇ ਹਨ ਅਤੇ ਮਿਹਨਤ ਉਦਮ ਨਾਮ ਦੀ ਕਮਾਈ ਦੀ ਘਾਲਣਾ ਘਾਲਦੇ ਹਨ। ਪੂਜਾ ਉਪਾਸਨਾ ਕਰ ਕਰਕੇ ਉਹਨਾਂ ਦੇ ਬੋਲਾਂ ਵਿੱਚ ਤਾਕਤ ਆ ਜਾਂਦੀ ਹੈ। ਉਹਨਾਂ ਨੂੰ ਸਰਮਖੰਡ ਵਿੱਚ ਨਿਵਾਸ ਮਿਲਦਾ ਹੈ। ਸਰਮਖੰਡ ਵਿੱਚ ਉਹ ਰਹਿੰਦੇ ਹਨ ਜੋ ਪਾਠ ਪੂਜਾ ਕਰਕੇ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਹਨ, ਆਪਣਾ ਜੀਵਨ ਮਰਜ਼ਾਦਾ ਦੇ ਵਿੱਚ ਬਤੀਤ ਕਰਦੇ ਹਨ। ਕਰਮਖੰਡ ਮਤਲਬ ਬ੍ਰਹਮ ਦੀ ਪ੍ਰਾਪਤੀ ਵਾਲਿਆਂ ਦੇ ਰਹਿਣ ਦੀ ਥਾਂ। ਸਰਮਖੰਡ ਬ੍ਰਹਮ ਦੀ ਪ੍ਰਾਪਤੀ ਰਹਿਣ ਵਾਲਿਆਂ ਦੀ ਥਾਂ, ਕਿਰਪਾ ਦਾ ਦੇਸ਼, ਉੱਥੋਂ ਦੇ ਵਾਸੀ ਸਿਰਫ ਬ੍ਰਹਮ ਦੀ ਹੀ ਪੂਜਾ ਅਤੇ ਪ੍ਰਾਪਤੀ ਵਾਲੇ ਹਨ। ਉਹਨਾਂ ਦੇ ਬੋਲਾਂ ਵਿੱਚ ਵਰ ਸ਼ਰਾਪ ਦੇਣ ਦੀ ਤਾਕਤ ਹੁੰਦੀ ਹੈ। ਬਖਸ਼ਿਸ਼ ਵਾਲੇ ਸਤਿਪੁਰਖਾਂ ਦੇ ਰਹਿਣ ਦੀ ਥਾਂ ਹੈ ਕਰਮਖੰਡ। ਅੱਗੇ ਸੱਚਖੰਡ, ਕਰਤਾਰ ਦੇ ਰਹਿਣ ਦਾ ਦੇਸ਼, ਜਿਸ ਨੂੰ ਅਸੀਂ ਅਵਿਨਾਸ਼ੀ ਪਾਰਬ੍ਰਹਮ, ਬ੍ਰਹਮ, ਅਕਾਲ ਪੁਰਖ, ਨਾਸ਼ ਰਹਿਤ, ਰਚਨਹਾਰ ਅਤੇ ਅਪਾਰ ਆਖਦੇ ਹਾਂ। ਉਹ ਦੁਨੀਆ ਤੋਂ ਪਰੇ ਹੈ, ਉੱਥੇ ਮੌਤ ਨਹੀਂ ਹੁੰਦੀ। ਅੰਦਰ ਬੈਠਾ ਹੁਕਮ ਚਲਾਏ, ਹੁਕਮੇ ਹੁਕਮ ਰਹਾਏਂਦਾ, ਉਸ ਨੂੰ ਸੱਚਖੰਡ ਕਹਿੰਦੇ ਆ। ਸੋ ਆਪਾਂ ਇਸ ਨੂੰ ਹੋਰ ਸੌਖੇ ਤਰੀਕੇ ਨਾਲ, ਉਸ ਤੋਂ ਵੀ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਸਮਝ ਲਈਏ। ਧਰਮਖੰਡ ਪਹਿਲਾਂ ਧਰਮੀ ਬਣਨਾ ਪਵੇਗਾ। ਗਿਆਨ ਖੰਡ ਫਿਰ ਤੈਨੂੰ ਆਪਣੇ ਆਪ ਦਾ ਗਿਆਨ ਹੋ ਜਾਵੇਗਾ ਕਿ ਮੈਂ ਕੀ ਹਾਂ, ਮੈਂ ਕੌਣ ਹਾਂ। ਸਰਮਖੰਡ ਫਿਰ ਤੈਨੂੰ ਆਪਣੇ ਪਿਛਲੇ ਜੀਵਨ ਉੱਤੇ, ਫਿਰ ਤੈਨੂੰ ਆਪਣੇ ਪਿਛਲੇ ਜੀਵਨ ਕਰਮ ਉੱਤੇ ਸ਼ਰਮ ਅਤੇ ਲੱਜਾ ਆਏਗੀ ਅਤੇ ਤੇਰੇ ਅੰਦਰ ਪ੍ਰਮਾਤਮਾ ਦੇ ਪਿਆਰ ਦਾ ਵਿਰਾਗ ਆ ਜਾਣਾ ਅਤੇ ਹੰਕਾਰ ਦੂਰ ਹੋ ਜਾਵੇਗਾ। ਕਰਮਖੰਡ ਜਦੋਂ ਵੈਰਾਗ ਆ ਗਿਆ ਤੇ ਫਿਰ ਤੇਰੇ ਉੱਤੇ ਵਾਹਿਗੁਰੂ ਦੀ ਕਰਮ ਮੀਨਸ ਕਿਰਪਾ ਹੋ ਜਾਣੀ ਆ। ਫਿਰ ਕੀ ਹੋਊਗਾ? ਫਿਰ ਸੱਚਖੰਡ, ਤਾਂ ਫਿਰ ਸੱਚਖੰਡ ਆਵੇਗਾ, ਰੱਬ ਦਾ ਘਰ ਜਿਸ ਵਿੱਚ ਜੀਵ ਦਾ ਵਾਸਾ ਹੋ ਜਾਂਦਾ ਹੈ। ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ। ਜੇ ਮਨੁੱਖ ਆਪਣੇ ਜੀਵਨ ਕਾਲ ਵਿੱਚ ਧਰਮੀ ਬਣ ਕੇ ਰਿਹਾ ਤਾਂ ਫਿਰ ਉਸ ਨੂੰ ਗਿਆਨ ਹੋ ਜਾਵੇਗਾ, ਗਿਆਨ ਖੰਡ ਦੀ ਅਵਸਥਾ ਵਿੱਚ ਚਲਿਆ ਜਾਵੇਗਾ। ਜਦੋਂ ਉਸ ਨੂੰ ਗਿਆਨ ਹੋ ਗਿਆ ਫਿਰ ਉਸ ਨੂੰ ਆਪਣੇ ਪਿਛਲੇ ਕਰਮਾਂ ਉੱਤੇ ਸ਼ਰਮ ਆਉਣ ਲੱਗ ਜਾਣੀ ਆ। ਫਿਰ ਉਹ ਸਰਮਖੰਡੀ ਵਾਲੀ ਅਵਸਥਾ ਚਲਿਆ ਜਾਊਗਾ। ਉਹਦੇ ਅੰਦਰ ਵੈਰਾਗ ਆ ਜਾਣਾ। ਜਦੋਂ ਉਹਦੇ ਅੰਦਰ ਵੈਰਾਗ ਆ ਗਿਆ ਫਿਰ ਉਸ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਣੀ ਹੈ। ਕਰਮਖੰਡ ਮਤਲਬ ਵਾਹਿਗੁਰੂ ਦੀ ਕਿਰਪਾ ਹੋ ਜਾਣੀ ਆ।
ਜਦੋਂ ਉਸਨੇ ਇਸ ਤਰ੍ਹਾਂ ਦਾ ਆਪਣਾ ਚਾਰੇ ਤਰੀਕਿਆਂ ਦਾ ਜੀਵਨ ਬਣਾ ਲਿਆ, ਫਿਰ ਉਹ ਸੱਚਖੰਡ ਵਾਸੀ ਹੋ ਜਾਵੇਗਾ। ਫਿਰ ਉਹਨੂੰ ਸੱਚਖੰਡ ਦੇ ਵਿੱਚ ਸਥਾਨ ਮਿਲਣਾ। ਜਿਹੜੇ ਕਰਮ ਉਸਨੇ ਅਮਲ ਜੇ ਕੀਤੇ ਦੁਨੀਆ ਵਿੱਚ, ਜਿਹੜੇ ਕਰਮ ਉਹਨੇ ਦੁਨੀਆ ਵਿੱਚ ਕੀਤੇ, ਦਰਗਾਹ ਦੇ ਵਿੱਚ ਉਹੀ ਕੰਮ ਆਉਣੇ ਆ। ਸੋ ਸਮਝਣ ਵਾਲੀ ਗੱਲ ਇੱਕੋ ਹੀ ਹੈ ਕਿ ਸਾਇੰਸ ਆਬਜੈਕਟਿਵ ਨੂੰ ਮੰਨਦੀ ਹੈ। ਸਾਇੰਸ ਆਬਜੈਕਟਿਵ ਨੂੰ ਮੰਨਦੀ ਹੈ। ਉਹ ਉਸ ਉੱਪਰ ਭਰੋਸਾ ਕਰਦੀ ਹੈ ਜੋ ਦਿਖਾਈ ਦਿੰਦਾ। ਜੋ ਦਿਖਾਈ ਨਹੀਂ ਦਿੰਦਾ, ਸਾਇੰਸ ਉਸ ਨੂੰ ਨਹੀਂ ਮੰਨਦੀ। ਪਰ ਗੁਰਬਾਣੀ ਅਤੇ ਸਿੱਖੀ ਸਬਜੈਕਟਿਵ ਨੂੰ ਵੀ ਮੰਨਦੀ ਹੈ ਅਤੇ ਆਬਜੈਕਟਿਵ ਨੂੰ ਵੀ ਮੰਨਦੀ ਹੈ। ਗੁਰਬਾਣੀ ਅਤੇ ਸਿੱਖੀ ਸਬਜੈਕਟਿਵ ਨੂੰ ਮੰਨਦੀ ਹੈ, ਭਾਵ ਸ਼ਰਧਾ ਅਤੇ ਸ਼ਰਧਾ ਉੱਪਰ ਭਰੋਸਾ ਕਰਦੀ ਹੈ। ਜੋ ਬ੍ਰਹਮ ਦਿਖਾਈ ਦਿੰਦਾ ਹੈ, ਦਿਖਾਈ ਨਹੀਂ ਦਿੰਦਾ, ਉਸ ਵਿੱਚ ਵੀ ਭਰੋਸਾ ਕਰਦੀ ਹੈ। ਸਿੱਖੀ ਜੋ ਹੈ, ਗੁਰਬਾਣੀ ਹੈ, ਸਿੱਖੀ ਹੈ, ਉਸ ਸਬਜੈਕਟਿਵ ਨੂੰ ਵੀ ਮੰਨਦੀ ਹੈ, ਉਸ ਉੱਪਰ ਭਰੋਸਾ ਕਰਦੀ ਜੋ ਦਿਖਾਈ ਨਹੀਂ ਦਿੰਦਾ। ਸਬਜੈਕਟਿਵ ਤੇ ਆਬਜੈਕਟਿਵ ਦੋਨਾਂ ਨੂੰ ਵੀ ਮੰਨਦੀ ਹੈ ਗੁਰਬਾਣੀ। ਜੋ ਦਿਖਾਈ ਦਿੰਦਾ ਉਸ ਨੂੰ ਵੀ ਮੰਨਦੀ ਹੈ, ਜੋ ਦਿਖਾਈ ਨਹੀਂ ਦਿੰਦਾ, ਗੁਰਬਾਣੀ ਤੇ ਸਿੱਖੀ ਉਸ ਨੂੰ ਵੀ ਮੰਨਦੀ ਹੈ। ਸਵਾਮੀ ਵਿਵੇਕਾਨੰਦ ਜੀ ਮਹਾਨ ਵਿਦਵਾਨ ਹੋਏ ਹਨ। ਉਹਨਾਂ ਨੂੰ ਇੱਕ ਵਾਰ ਕਿਸੇ ਤਰਕਸ਼ੀਲ ਵਿਚਾਰਾਂ ਦੇ ਮਨੁੱਖ ਨੇ ਪੁੱਛਿਆ ਕਿ ਸਵਾਮੀ ਜੀ, ਬਲਾਈਂਡ ਫੇਥ ਨੂੰ ਮੰਨਣਾ ਚਾਹੀਦਾ ਜਾਂ ਨਹੀਂ? ਬਲਾਈਂਡ ਫੇਥ ਨੂੰ ਮੰਨਣਾ ਚਾਹੀਦਾ ਜਾਂ ਨਹੀਂ? ਅੰਧ ਵਿਸ਼ਵਾਸ ਉੱਤੇ ਭਰੋਸਾ ਕਰੀਏ ਜਾਂ ਨਾ ਕਰੀਏ? ਤਾਂ ਸਵਾਮੀ ਜੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਉਸ ਤਰਕਸ਼ੀਲ ਵਿਚਾਰਾਂ ਦੇ ਬੰਦੇ ਨੂੰ ਜਵਾਬ ਦਿੱਤਾ। ਕਹਿਣ ਲੱਗੇ, ਮੰਨਣਾ ਚਾਹੀਦਾ, ਬਲਾਈਂਡ ਫੇਥ ਨੂੰ ਮੰਨਣਾ ਚਾਹੀਦਾ, ਪਰ ਜਿਸ ਉੱਤੇ ਫੇਥ ਕਰੀਏ ਉਹ ਬਲਾਈਂਡ ਨਹੀਂ ਹੋਣਾ ਚਾਹੀਦਾ, ਹੈ ਨਾ। ਅਸੀਂ ਫੇਥ ਕਿਸ ਤੇ ਕਰਦੇ ਹਾਂ? ਅਸੀਂ ਵਾਹਿਗੁਰੂ ਤੇ ਫੇਥ ਕਰਦੇ ਹਾਂ, ਅਸੀਂ ਪਰਮੇਸ਼ਰ ਤੇ ਫੇਥ ਕਰਦੇ ਹਾਂ, ਅਸੀਂ ਪ੍ਰਾਕਿਰਤੀ ਦੇ ਉੱਤੇ ਫੇਥ ਕਰਦੇ ਹਾਂ ਜੋ ਦਿਖਾਈ ਦਿੰਦੀ ਹੈ। ਜੋ ਪਰਬ੍ਰਹਮ ਵਾਹਿਗੁਰੂ ਨਹੀਂ ਦਿਖਾਈ ਦਿੰਦਾ, ਅਸੀਂ ਉਸ 'ਤੇ ਵੀ ਫੇਥ ਕਰਦੇ ਹਾਂ। ਸਵਾਮੀ ਜੀ ਕਹਿੰਦੇ ਕਿ ਜਿਸ ਉੱਤੇ ਫੇਥ ਕਰੀਏ ਉਹ ਬਲਾਈਂਡ ਨਹੀਂ ਹੋਣਾ ਚਾਹੀਦਾ। ਪਰਮਾਤਮਾ ਬਲਾਈਂਡ ਥੋੜ੍ਹਾ, ਜੋ ਨਹੀਂ ਦਿਖਾਈ ਦਿੰਦਾ ਉਹ ਨਹੀਂ ਦਿਖਾਈ ਦਿੰਦਾ, ਪਰ ਉਹ ਬਲਾਈਂਡ ਨਹੀਂ ਹੈ। ਇਸ ਕਰਕੇ ਅਸੀਂ ਉਸ 'ਤੇ ਫੇਥ ਕਰਦੇ ਹਾਂ। ਸੋ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਲਾਈਂਡ ਨਹੀਂ ਆ। ਇਹ ਜਾਗਤ ਜੋਤ ਹੈ, ਗੁਰਾਂ ਦੀ ਪ੍ਰਤੱਖ ਦੇਹ ਹੈ ਜੋ ਸਾਡੇ ਸਾਹਮਣੇ ਹੈ। ਇਸ ਨੂੰ ਗਰਮੀ ਸਰਦੀ ਸਭ ਮਹਿਸੂਸ ਹੁੰਦੀ ਹੈ। ਜੇ ਇਹ ਸਾਡੀਆਂ ਬੇਨਤੀਆਂ ਸੁਣ ਸਕਦਾ ਹੈ ਤਾਂ ਇਸ ਨੂੰ ਹੀਟਰ ਤੇ ਏਸੀ ਦੀ ਲੋੜ ਕਿਉਂ ਨਹੀਂ? ਇਹਦੀ ਵੀ ਲੋੜ ਹੈ। ਜੇ ਅਸੀਂ ਉਸ ਦੇ ਅੱਗੇ ਜਾ ਕੇ ਰੋਂਦੇ ਹਾਂ, ਉਸ ਦੇ ਅੱਗੇ ਜਾ ਕੇ ਬੇਨਤੀਆਂ ਕਰਦੇ ਹਾਂ, ਆਪਣੀਆਂ ਪ੍ਰੋਬਲਮਾਂ 'ਚੋਂ ਬਾਹਰ ਨਿਕਲਣ ਵਾਸਤੇ ਅਰਦਾਸ ਕਰਦੇ ਹਾਂ, ਬੱਚੇ ਦੇ ਵਿਆਹ ਵਾਸਤੇ ਅਰਦਾਸ ਕਰਦੇ ਹਾਂ, ਉਹ ਸੁਣਦਾ। ਪੜ੍ਹਾਈ ਵਾਸਤੇ ਅਰਦਾਸ ਕਰਦੇ ਉਹ ਸੁਣਦਾ। ਜੋ ਸੁਣਦਾ ਨਹੀਂ ਆ, ਜੋ ਬਲਾਈਂਡ ਹੈ, ਜੇ ਉਸ ਨੂੰ ਠੰਡ ਨਹੀਂ ਲੱਗਦੀ, ਜੇ ਉਸ ਨੂੰ ਗਰਮੀ ਨਹੀਂ ਲੱਗਦੀ, ਤਾਂ ਫਿਰ ਉਸ ਨੂੰ ਬੁਲਾਉਂਦੇ ਕਿਉਂ ਆ? ਉਹਦੇ ਅੱਗੇ ਬੇਨਤੀਆਂ ਕਿਉਂ ਕਰਦੇ ਹਾਂ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀਆਂ ਗੱਲਾਂ ਵੀ ਸਹੀ ਹਨ। ਵਾਹਿਗੁਰੂ ਸੰਸਾਰ ਦੀ ਸੁਪਰੀਮ ਅਥਾਰਟੀ ਹੈ। ਸੋ ਇਸ ਤਰ੍ਹਾਂ ਇਹ 5 ਖੰਡ ਹਨ ਅਤੇ 5 ਖੰਡਾਂ ਦੀ ਅਲੱਗ ਅਲੱਗ ਅਵਸਥਾ ਨਾਮ ਜਪਣ ਵਾਲਿਆਂ ਦੀ। ਜਿਹੋ ਜੇ ਕੋਈ ਚੰਗੇ ਕਰਮ ਕਰਦਾ ਆਪਣੇ ਜੀਵਨ ਦੇ ਵਿੱਚ, ਜਿਸ ਤਰੀਕੇ ਦੀ ਕੋਈ ਪਰਮਾਤਮਾ ਵਾਸਤੇ ਆਪਣੇ ਜੀਵਨ ਵਾਸਤੇ ਸ਼ੁਭ ਕਰਮ ਕਰਦਾ ਹੈ, ਉਸ ਤਰ੍ਹਾਂ ਦੀ ਉਸ ਦੀ ਅਵਸਥਾ ਹੋ ਜਾਂਦੀ ਹੈ ਅਤੇ ਜੀਵਨ ਕਾਲ ਤੋਂ ਬਾਅਦ ਉਹ ਉਸ ਤਰ੍ਹਾਂ ਦੇ ਖੰਡਾਂ ਵਿੱਚ ਜਾ ਕੇ ਵਾਸਾ ਕਰਦਾ। ਸੋ ਇਸ ਤਰ੍ਹਾਂ ਇਸ 34ਵੀਂ ਪੌੜੀ ਵਿੱਚ ਗੁਰੂ ਜੀ ਨਾਮ ਜਪਣ ਵਾਲੇ ਗੁਰਮੁਖਾਂ ਤੇ ਆਤਮਿਕ ਜੀਵਨ ਦੀ ਅਵਸਥਾ ਨੂੰ ਬਿਆਨ ਕਰਦੇ ਹਨ। 34ਵੀਂ ਪੌੜੀ ਵਿੱਚ ਪਹਿਲਾ ਧਰਮ ਖੰਡ। ਇਸ 34ਵੀਂ ਪੌੜੀ ਵਿੱਚ ਗੁਰੂ ਜੀ ਨਾਮ ਜਪਣ ਵਾਲੇ ਗੁਰਮੁਖਾਂ ਦੇ ਆਤਮਿਕ ਜੀਵਨ ਦੀ ਅਵਸਥਾ ਬਿਆਨ ਕਰਦੇ ਹਨ।
34ਵੀਂ ਪੌੜੀ ਤੋਂ ਲੈ ਕੇ 37ਵੀਂ ਪੌੜੀ ਤੱਕ ਗੁਰੂ ਜੀ ਨਾਮ ਜਪਣ ਵਾਲਿਆਂ ਦੀਆਂ 5 ਅਵਸਥਾਵਾਂ ਦੱਸਦੇ ਹਨ। ਧਰਮਖੰਡ, ਗਿਆਨ ਖਰਮ, ਸੰਡ ਖਰਮ, ਕਰਮ, ਧਰਮਖੰਡ, ਗਿਆਨ ਖੰਡ, ਸਰਮਖੰਡ, ਕਰਮਖੰਡ, ਸੱਚਖੰਡ। ਜਿਵੇਂ ਜਿਵੇਂ ਜੀਵ ਨਾਮ ਸਿਮਰਨ ਕਰਦਾ ਜਾਂਦਾ ਉਵੇਂ ਉਵੇਂ ਉਹ ਅੱਗੇ ਅੱਗੇ ਇਹਨਾਂ ਆਤਮਿਕ ਅਵਸਥਾਵਾਂ ਨੂੰ ਪਾਉਂਦਾ ਜਾਂਦਾ। ਸੋ ਅੱਗੇ ਜੋ ਆਪਾਂ ਸੁਣਾਂਗੇ 34ਵੀਂ ਪੌੜੀ, ਇਸ 34ਵੀਂ ਪੌੜੀ ਵਿੱਚ ਪਹਿਲੀ ਅਵਸਥਾ ਧਰਮਖੰਡ ਹੈ। ਧਰਮ ਦਾ ਅਰਥ ਹੈ ਕੰਮ, ਫਰਜ਼, ਜ਼ਿੰਮੇਵਾਰੀ। ਖੰਡ ਦਾ ਅਰਥ ਹੈ ਮੰਡਲ, ਦੇਸ਼। ਸੋ ਸੰਸਾਰ ਵਿੱਚ ਰਹਿੰਦਿਆਂ ਮਨ ਦੀ ਅਵਸਥਾ ਹੀ ਧਰਮਖੰਡ ਹੈ। ਅਤੇ ਸਰੀਰ ਦੇ ਤਿਆਗ ਦੇਣ ਤੋਂ ਬਾਅਦ ਦਰਗਾਹ ਭਾਵ ਪਿਆਰੇ ਪ੍ਰੀਤਮ ਦੇ ਦੇਸ਼ ਵਿੱਚ ਰਹਿਣ ਦੀ ਥਾਂ ਨਾਮ ਧਰਮਖੰਡ ਹੈ। ਜੀਵਨ ਦੇ ਤਿਆਗ ਤੋਂ ਬਾਅਦ ਦਰਗਾਹ ਭਾਵ ਪਿਆਰੇ ਪ੍ਰੀਤਮ ਦੇ ਦੇਸ਼ ਵਿੱਚ ਰਹਿਣ ਦੀ ਥਾਂ ਦਾ ਨਾਮ ਵੀ ਧਰਮਖੰਡ ਹੈ। ਸੋ ਇਹ ਆਪਾਂ 5 ਖੰਡਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ। ਅਤੇ ਇਸ ਤੋਂ ਅੱਗੇ ਫਿਰ ਆਪਾਂ 34ਵੀਂ ਪੌੜੀ ਦਾ ਪਹਿਲਾ ਖੰਡ ਧਰਮਖੰਡ ਦੇ ਅਰਥ ਸੁਣਾਂਗੇ ਅਗਲੇ ਪਾਰਟ ਵਿੱਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।